ਉਹਦੇ ਨਾਮ ਮਿਲਣ ਦੀਆਂ 3 ਵਜ੍ਹਾ। ਕਿਸੇ ਨੂੰ ਕੋਈ ਸ਼ੈ ਨਾ ਲੱਭੀ ਵਜ੍ਹਾ ਵੀ ਮੈਂ ਦੱਸਦਾ। ਕਿਸੇ ਨੂੰ ਕੋਈ ਚੀਜ਼ ਨਾ ਮਿਲੇ ਉਹਦੇ ਨਾਮ ਮਿਲਣ ਦੀਆਂ ਕਿੰਨੀਆਂ ਵਜ੍ਹਾ ਹੁੰਦੀਆਂ ਨੇ? 3 ਉੱਚੀ ਸਾਰੀ ਕਹਿ ਲਓ। 3 ਹੈ 3 ਕਿੰਨੀਆਂ? 3 ਮੇਰਾ ਖਿਆਲ ਆ ਜੇ ਬੁਰਾ ਮਹਿਸੂਸ ਨਾ ਕਰੋ ਤੇ ਥੋੜਾ ਥੋੜਾ ਨਾ ਉੱਠ ਕੇ ਅੱਗੇ ਕਰਕੇ ਨਹੀਂ ਆਉਣਾ। ਉੱਠ ਕੇ ਨਾ ਜਿਹਨੂੰ ਅੱਲਾ ਨੇ ਲੱਤਾਂ ਦਿੱਤੀਆਂ ਉੱਠ ਕੇ ਥੋੜਾ ਥੋੜਾ ਲਾਗੇ ਹੋ। ਉੱਠ ਕੇ ਨਾਲੇ ਤੇਰਾ ਸੁਸਤੀ ਲੱਥ ਜਾਏਗੀ ਤੇ ਨਾਲੇ ਦੱਸੀ ਆਓ ਕਿੰਨੀਆਂ ਚੀਜ਼ਾਂ ਜਿਹੜੀਆਂ ਨਾ ਮਿਲਣ ਦੀਆਂ ਵਜ੍ਹਾ ਕਿੰਨੀਆਂ ਹੁੰਦੀਆਂ ਨੇ? 3 ਕਿੰਨੀਆਂ? 3 ਵਜ੍ਹਾ। ਉਹਨਾਂ ਵਿੱਚ ਪਹਿਲੀ ਵਜ੍ਹਾ ਹੁੰਦੀ ਆ کہ جس بندے نے چیز مستانہ صاحب دینی ہے نا وہ تو کوئی ہو گئی نا جس نے دینی ہے وہ تو کوئی ہے ہی نہیں لب جائے گی۔ ایک وجہ تو یہ ہے کہ دین والے دے کول کچھ نہیں۔ دوسری وجہ ہے کہ دین والے کو مال بڑا ہے وہ کنجوس ہی بڑا ہے۔ وہ کنجوس ہی اینا کو نہیں 99 تے 100 99 تے 100 یہ گھٹ جان گے۔ وہ دین والا کنجوس مکھی چوس پھر بھی شاید نہیں لگ۔ کنیاں وجہ ہو گئی؟ میں تھوڑے آقا دی عظمت دسن لگا۔ یہ ذرا دماغ نو ٹینشن دے نہ پایو، انج الرٹ رکھے۔ یہ حضور دی شان کیویں؟ چیز نہ ملن دیا کنیاں وجہ نے؟ دین والے دے کول کچھ نہ ہوئے، کول سب کچھ ہے کنجوس ہی بے بہا ہے۔ تیسری وجہ نہ ملن دی کی ہے کہ دین والا دینا بھی چاہتا ہے، مال بھی بے بہا ہے، لیکن لین والا وہ دی اہلیت ہی نہیں رکھتا۔ لین والا وہ چیز لین کی وہ لین دی اہلیت نہیں رکھتا۔ وہ دی مثال ایک بھنگی نو جا کے جان ماز پیش کرتا، ایک بھنگی نو جا کے تسبیح دیا جی تسبیح خدا دی قسم وہ تسبیح دی توہین ہے، وہ دا اہل ہی نہیں۔ انہوں کی بات تسبیح نال، انہوں کی پتہ تسبیح نال۔ اللہ اکبر۔ ہر سلطان العارفین نے فرمایا، مینوں گل یاد آ گئی، اندے تسبیح پھری تے دل نہ پھریا، کی لینا تسبیح پڑھ کے سارے نو بول بول کی لینا تسبیح پڑھ کے تے جلے کٹے تے کچھ نہ کھٹیا۔ 10 دن دا چلا، 40 دن دا چلا، 3 دن دا چلا، بسترے موٹیاں دے اتنے رکھے نے، روٹے چینکاں انہوں نے اپنی بازواں دے نال لمٹکائیاں نے۔ سلطان صاحب آندے نے بیلیا نانا جے تقدیر بدلن پہ آوے ایک ساڈا آجا 90 تک ہندو دا سنجو تڑا دیندا اے۔ یہ ٹانیاں دیاں ٹانیاں کچھ نہ کر سکیاں، جماعتاں دیاں جماعتاں سنیاں دا ایک پیر حاجہ میری 90 لاکھ ہندوؤں دا سنجو تڑا کے دس دیتا ہے کہ انج تبلیغ کری دیئے جلے کٹے تے کچھ نہ کٹیا، کی لینا چلیا وچ وڑ کے تے علم پڑھیا
ਸਾਡੇ ਉਸਤਾਦ ਫਰਮਾਉਂਦੇ ਹੁੰਦੇ ਸਨ ਸ਼ਫੀ ਸਾਹਿਬ ਰਹਿਮਤੁल्लाह अलैह, ਖੋਤੇ ਤੇ ਕਿਤਾਬਾਂ ਲਾਤੀਏ ਤੇ ਆਲਮ ਨਹੀਂ ਬਣ ਜਾਂਦਾ। ਖੋਤੇ ਤੇ ਬੁਖਾਰੀ ਸ਼ਰੀਫ, ਬਿਜ਼ਾਵੀ ਸ਼ਰੀਫ, ਨਸਾਈ ਸ਼ਰੀਫ, ਇਬਨ ਮਾਜਾ, ਸਿਆਸਤਾਂ ਦੀਆਂ ਕਿਤਾਬਾਂ ਖੋਤੇ ਤੇ ਲਾਤੀ ਆਲਮ ਬਣ ਜਾਏਗੀ। ਕੁੱਤਾ ਕਪਾਹ ਵਿੱਚੋਂ ਦੀ ਲੰਘ ਜਾਏ ਤੇ ਕੁੜਤਾ ਸਵਾ ਕੇ ਨਹੀਂ ਲੈ ਜਾਂਦਾ। ਕਪਾਹ ਦੇ ਬਣਦਾ ਆ ਚਾਦਰਾਂ ਕੁੱਤੇ ਜੈਕਟਾਂ ਕਪਾਹ ਦੇ ਸਾਹਿਬ ਦਾ ਸਾਹਿਬ ਬਣਦੀਆਂ। ਕੀ ਬਾਤ ਹੈ ਜਨਾਬ, ਕੀ ਉਹਨਾਂ ਆਖਣਾ ਕੁੱਤਾ ਕਪਾਹ ਵਿੱਚੋਂ ਦੀ ਲੰਘ ਜਾਏ ਤੇ ਕੁੜਤਾ ਨਹੀਂ ਸਵਾ ਕੇ ਲੈ ਜਾਂਦਾ। ਉਹਦੇ ਤੇ ਕਿਤਾਬਾਂ ਲਿਖਦੇ ਰੱਖ ਦਈਏ ਉਹ ਆਲਮ ਨਹੀਂ ਬਣ ਜਾਂਦਾ। ਆਪ ਸੁਲਤਾਨ ਸਾਹਿਬ ਫਰਮਾਉਂਦੇ ਨੇ ਇਲਮ ਪੜਿਆ ਪਰ ਅਦਬ ਨਾ ਸਿੱਖਿਆ। ਉਹ ਇਸ਼ਾਰਾ ਕੀਏ ਇੰਜ ਹੱਥਾਂ ਵਿੱਚ ਹੱਥ ਨਾ ਦਿੱਤੇ, ਕਿਸੇ ਅਦਬ ਵਾਲੇ ਦੀ ਬੈਠਕ ਵਿੱਚ ਨਹੀਂ ਗਿਆ, ਕਿਸੇ ਉਹਦੀ ਸਾਹਿਬੇ ਨਜ਼ਰ ਦੀ ਨਜ਼ਰ ਨਹੀਂ ਆਇਆ। ਇਲਮ ਪੜਿਆ ਪਰ ਅਦਬ ਨਾ ਸਿੱਖਿਆ। ਇਹ ਲੈਣਾ ਇਲਮ ਨੂੰ ਪੜ ਕੇ ਭੁੱਲ ਜਾਂਦੇ ਜੇ ਤੁਸੀਂ ਮੈਨੂੰ ਬਹੁਤੇ ਤੱਕੇ। ਮੈਂ ਅੱਗੇ ਤਕਰੀਰ ਕਰਕੇ ਵੀ ਆਇਆ ਕਿ ਲੈਣਾ ਇਲਮ ਨੂੰ ਪੜ ਕੇ। ਅੱਗੇ ਬੜੀ ਗੱਲ ਸੁਲਤਾਨ ਸਾਹਿਬ ਰਹਿਮਤੁल्लाह अलैह ਬੜੀ ਪਿਆਰੀ ਗੱਲ ਫਰਮਾਉਂਦੇ ਨੇ। ਕੀ ਲਿਖਦੇ ਨੇ? ਜਾਗ ਬਿਨਾ ਬੀਬੀਆਂ ਬੈਠੀਆਂ, ਇਹਨਾਂ ਨੂੰ ਪਤਾ ਜਿਹੜਾ ਦੁੱਧ ਫੁੱਟ ਜਾਏ ਨਾ ਉਹਨੂੰ ਵਰਤਦੇ ਨੇ ਕਿਉਂ? ਮਸਤਾਨਾ ਸਾਹਿਬ ਦੁੱਧ ਫੁੱਟ ਗਿਆ ਹੈ, ਜਿਹਨੂੰ ਫਿੱਟ ਗਿਆ ਹੈ ਛੋੜ ਦਿਓ ਜੀ। ਨਾ ਉਹਦੀ ਕੋਈ ਸ਼ੈ ਬਣਦੀ ਏ ਤੇ ਜਿਹਦੇ ਵਿੱਚ ਇੱਕ ਕਤਰਾ ਲੱਸੀ ਦਾ ਪੈ ਗਿਆ ਹੈ, ਜਿਹਨੂੰ ਜਾਗ ਲੱਗ ਗਈ ਏ, ਖੁਦਾ ਦੀ ਕਸਮ ਉਹਦੀ ਛਿੱਟੀ ਵੀ ਨਹੀਂ ਛੱਡਦੇ। ਉਹਦੀ ਲੱਸੀ ਵੀ ਪੀ ਲੈਂਦੇ ਆ, ਮੱਖਣ ਵੀ ਖਾ ਲੈਂਦੇ ਆ। ਉਹਦੀ ਛਿੱਟੀ ਜਿਹੜੀ ਪੁਣ ਜਾਂਦੇ ਵੀ ਬੜੀ ਸਵਾਦੀ, ਕਿਉਂਕਿ ਉਹਨੂੰ ਜਾਗ ਲੱਗੀ ਏ। ਦੋ ਹੀ ਜਾਗ ਲੱਗਦੇ ਤੇ ਛਿੱਟੀ ਵੀ ਨਹੀਂ ਲੋਕੀ ਛੱਡਦੇ, ਤੇ ਜਾਗ ਨਾ ਲੱਗੇ। ਦੋਸਤਾਂ ਬਜ਼ੁਰਗਾਂ, ਜਿਹੜਾ ਫਲ ਦਰਖਤ ਦੇ ਨਾਲ ਲੱਗਾ ਕੱਚਾ ਕੱਟਿਆ ਜਾਏ ਉਹ ਗੰਦਗੀ ਦੇ ਢੇਰ ਤੇ ਚਲੇ ਜਾਂਦਾ ਏ, ਤੇ ਜਿਹੜਾ ਨਾਲ ਲੱਗ ਕੇ ਪੱਕ ਜਾਏ ਉਹ ਮਹਿਬੂਬ ਦੇ ਲਬਾਂ ਤੱਕ ਪਹੁੰਚ ਜਾਂਦਾ ਹੈ। ਉਹ ਜਿਹੜਾ ਕਿਸੇ ਦੇ ਇਹ ਨਾਲ ਲੱਗ ਕੇ ਪੱਕ ਗਿਆ, ਯਾਨੀ ਉਹਦਾ ਵਕਤ ਪੂਰਾ ਹੋ ਗਿਆ ਨਾਲ ਲੱਗ ਕੇ, ਖੁਦਾ ਦੀ ਕਸਮ ਉਹਦਾ ਬੇੜਾ ਪਾਰ ਹੋ ਜਾਏਗਾ। ਤੇ ਜਿਹੜਾ ਰਾਹ ਵਿੱਚ ਟੁੱਟ ਗਿਆ ਜ਼ਿੰਦਗੀ ਦੇ ਜਹੰਨਮ ਦੇ ਗੜੇ ਦੇ ਵਿੱਚ ਜਾ ਪਹੁੰਚੇਗਾ। ਸੁਲਤਾਨ ਸਾਹਿਬ ਫਰਮਾਉਂਦੇ ਨੇ ਕਿ ਜਾਗ ਬਿਨਾ ਦੁੱਧ ਜੰਮਦੇ ਨਹੀਂ, ਭਾਵੇਂ ਲਾਲ ਹੋ ਕੜ ਕੜ ਕੇ, ਕੜ ਕੜ ਕੇ। ਮੈਂ ਅਰਜ਼ ਕਰ ਰਿਹਾ ਸਾਂ, ਤਿੰਨ ਵਜ੍ਹਾ ਨੇ ਚੀਜ਼ ਦੇ ਨਾ ਮਿਲਣ ਦੀਆਂ। ਆਪਣੀ ਗੱਲ ਨੂੰ ਕਲੋਜ਼ ਕਰਨ ਲੱਗਾ। ਇੱਕ ਤੇ ਦੇਣ ਵਾਲੇ ਦੇ ਕੋਲ ਕੁਝ ਨਾ ਹੋਵੇ, ਦੇਣ ਵਾਲਾ ਬੜਾ ਕੰਜੂਸ ਹੈ। ਇੱਕ ਤੀਸਰੀ ਵਜ੍ਹਾ, ਜਿਹਨੂੰ ਚੀਜ਼ ਦੇਣੀ ਹੈ ਉਹ ਇਸ ਚੀਜ਼ ਦੀ ਅਹਲੀਅਤ ਨਹੀਂ ਰੱਖਦਾ। ਹੁਣ ਜ਼ਰਾ ਕਾਨੂੰਨ ਆਪਣੇ ਜ਼ਿਹਨ ਵਿੱਚ ਬਿਠਾ ਲਓ। ਇਹੋ ਹੀ ਕਾਇਦਾ ਕੁਲੀਆ ਅੱਲਾਹ ਦੀ ਬਾਰਗਾਹ ਵਿੱਚ ਚਲੇ ਗਿਆ। ਹੁਣ ਦੇਣ ਵਾਲਾ ਖੁਦਾ ਹੈ। ਮੈਂ ਤੁਹਾਡੇ ਆਕਾ ਦੀ ਸ਼ਾਨ ਦੱਸਣ ਲੱਗਾ। ਦੇਣ ਵਾਲਾ ਖੁਦਾ ਹੈ, ਉਹਦੇ ਘਰ ਦੇ ਵਿੱਚ ਕਮੀ ਵੀ ਕੋਈ ਨਹੀਂ ਹੈ। ਕਮੀ ਨਹੀਂ, ਆਪਣੇ ਦੁਸ਼ਮਣਾਂ ਨੂੰ ਵੀ ਦੇਈ ਜਾਂਦਾ ਜੀ। ਜਿਹੜਾ ਉਹਨੂੰ ਨਹੀਂ ਮੰਨਦਾ ਉਹਨੂੰ ਵੀ ਦੇਈ ਜਾਂਦਾ ਹੈ, ਤੇ ਉਹਦੇ ਵਰਗਾ ਸਖੀ ਵੀ ਕੋਈ ਨਹੀਂ। ਮਸਤਾਨਾ ਸਾਹਿਬ, ਉਹਦੇ ਖਜ਼ਾਨੇ ਦੇ ਵਿੱਚ ਇੱਕ ਕਮੀ ਵੀ ਕੋਈ ਨਹੀਂ, ਉਹਦੇ ਵਰਗਾ ਸਖੀ ਵੀ ਕੋਈ ਨਹੀਂ। ਤੇ ਲੈਣ ਵਾਲਾ ਮੁਸਤਫਾ ਏ। ਤਵੱਜੋ ਕਰ ਇਸ ਗੱਲ ਦੇ ਉੱਤੇ। ਦੇਣ ਵਾਲਾ ਖੁਦਾ, ਲੈਣ ਵਾਲਾ ਮੁਸਤਫਾ, ਖਜ਼ਾਨੇ 'ਚ ਕਮੀ ਵੀ ਕੋਈ ਨਹੀਂ, ਉਹਦੇ ਵਰਗਾ ਸਖੀ ਵੀ ਕੋਈ ਨਹੀਂ, ਇਹਦੇ ਵਰਗਾ ਅਹਲ ਵੀ ਕੋਈ ਨਹੀਂ।
رب نے کیا حبیب ایک کل کائنات میری ہے حبیب جا ملکیت میری سب کچھ بنا میں دیتا ہے انہوں مالک میں تینوں مالک میں بنا دینا آخری گل ناصر شاہ صاحب نے بڑی محبت دے نال عقیدت دا اظہار کیتا اللہ انہاں دی قبر نو منور فرمائے یہ ساڈے سرمایہ نے ساڈے عقیدے دیاں گلاں دس کے جداں ہن مستانہ صاحب شعر و شاعری دے وچ حضور نبی کریم صلی اللہ علیہ وسلم دی پیراں دی صحابہ دی اولیاء کرام یہ تانوں سناوندے نے سرمایہ نے اللہ تبارک و تعالیٰ انہوں دی قبر نو منور فرمائے واندے نے رب تعالیٰ نے کی فرمایا حبیب میں خالق ساری دنیا دا تو مالک ساری دنیا دا میں خالق ساری دنیا دا تو مالک ساری دنیا دا کسے نو خالی نہ موڑی خزانے سارے تیرے نے کسے نو خالی نہ موڑی خزانے وَأَمَّا السَّائِلَ فَلَا تَنْهَرْ حبیب کسے نو موڑنا نہیں یہ انہوں کیا جاندہ ہے جنہوں سب کچھ دیتا ہوئے جی دوستہ ہوئی گل یاد رکھنی کوئی تو انہوں آکے کہ حضور نماز اللہ کسی چیز دا اختیار نہیں کوئی علم نہیں کوئی فلان نہیں کوئی فلان نہیں انہوں آکے حضور دوستہ اس گلتے غور کر دین والا خدا ہوئے لین والا مصطفیٰ ہوئے اتھے کمی نہیں رہ سکتی پھر جدا استاد رب ہوگا کسی نو بڑا ناز ہے جی میں محدث اعظم مولانا سردار احمد صاحب دا شاگرد کوئی آندا جی اعلیٰ حضرت علیہ رحمت دا میں شاگرد کوئی آندا ہے کہ میں عبدالقیوم ہزاروی صاحب دا شاگرد ہاں کوئی آندا میں فلاں شیخ الحدیث دا شاگرد ہاں مینوں بڑا فخر ہے کوئی آندا میں غوث پاک دا شاگرد ہاں مینوں بڑا فخر ہے دوستا ذرا غور کر جیڑا رب دا شاگرد ہووے پڑھاؤن والا خدا ہووے پڑھن والا مصطفیٰ ہووے اتھے علم دی کمی کا دی رہ جاتی ہے واہ 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 سبحان اللہ سوال ہی پیدا نہیں ہوتا دوستا اس علم دی برکات ہے یہ تختیاں دے لکھیا نہیں جاندہ یہ کتاباں تو پڑھیا نہیں جاندہ یہ علم ہوئے جا جا کے مڑانے دے شہنشاہ پیر سید چراغ علی نو بھیج جیڑا ایک دن کسے درس وچ نہیں گیا ایک دن کسے کچھ نہیں گیا شیخ القرآن شیخ الحدیث محدث اعظم مولانا سردار احمد صاحب ورگے میرے آقا پیر و مرشد دے سامنے انج ہاتھ کھڑے کر کے انہاں کہا بھی سونیا تو جو کہنا ہے سچ کہنا سبحان اللہ کیا بات اور آخری گل کر کے پیر فیض الحسن صاحب آلو مہاروی جو بندی سٹیج تے کم کر دے سے امانداری نہ دسو ایسے بندے نو مولانا سردار احمد صاحب دعوت دے سکتے سے جیڑے دیو بندی مسجد بڑھ جائے انہوں تو آؤ یہ کتا آوڑے ہے مولانا سردار صاحب انہیں سخت سن کہ کیا مستانہ صاحب ایڈا سخت بندہ ایڈا سخت بندہ دعوت دیندہ گیا سنی کیا بات یہ میرے حضور قبلہ عالم دی عظمت ہے چلو کوئی نہیں رہن دو تنویر لسانی کتاب حضور قبلہ عالم نے لکھی اور پیر شاہ سوار رحمت اللہ علیہ انہوں نے ہاتھ جامعہ نعرہ لا دے مولوی نعرہ تکبیر بھائی اہل سنت زندہ آباد نعرہ تکبیر نعرہ رسالت نعرہ رسالت نعرہ حیدری آمد مصطفیٰ مولانا شاہ سوار علی صاحب
रहमतुल्लाह अलैह गोजरवी उन्हां दे हक तनवीर लसानी मौलाना सरदार अहमद साहब दे कोल पहुंची आपने 6-7 महीने बाद उत्थे अंदर सफर का इरादा बनाया मेरे वालिद साहब रहमतुल्लाह ताला सैयदी व मुर्शदी पीर सैयद महमूद हुसैन रहमतुल्लाह ताला जिन्हां दे मुतल्लक हजूर क़िबला आलम ने हर मुरीद नूं पता है फरमाया कि मेरे इस निके दा खब्बे बन्ने दा फरीका बेकार बैठा सुभान अल्लाह सज्जे बन्ने दे नूं सिर फुकण दा भी टाइम नहीं ये शान है मेरे पीर मुर्शद आप आंदे मैं नाल सां हजूर क़िबला आलम के टांगे ते बैठे झंग बाजार उत्थे चले गए मौलाना साहब सब पढ़ा रहे थे उन्होंने बड़ा प्रोटोकॉल दिता हजूर क़िबला आलम ने है ही शाहजहां ने शान उन्हां दी है बेशक सुभान अल्लाह दर्स में नहीं पढ़े तो ना सही ये स्कूल नहीं पढ़े तो ना सही वो मदरसा जमाते नासानी दे विच पढ़े सन और एहो जिहा मदरसा लासानी शागिर्द भी उथों दे लासानी शागिर्द भी लासानी वाह वाह आपने कहा मौलाना साहब थोड़े को किताब आई सी ते मौलाना साहब ने ना मैं बिल्कुल जी पीरा को गुफ्तगू सुनी वो सुना रहा कहने लगे जनाब हाँ जी किताब मेरे को शाह सवार अली साहब को ले आए ते आप देखी ओदा कीता को पढ़िया मुतालिया कीता हजूर तुहानू पता हदीस पाक दा दौरा कराउणा हुंदा ते मैं थोड़ी जी पढ़ी है दुनिया नूं जल्दी फारग करो वो छुपा दिता जाए कहने लगे हजूर मैं थोड़ी जी पढ़ी इंशाअल्लाह जल्दी करांगा ते एक मैं अर्ज करनी चाहुंदा मैनूं उहदे उत्ते एक एतराज आपने फरमाया मौलाना साहब फरमाओ कहने लगे जनाब वो जी उहदे विच तुसीं शुरू दे विच ही आपने ना अगर किसी ने पढ़नी होवे ना वो तो पढ़ो मैं गारंटी नाल कहना मेरे पीरो मुर्शद दा फरमाना तनवीर लसानी जेड़ा एक बारी बंदा पढ़ लेगा ओदा खात्मा बिल ईमान होएगा सुभान अल्लाह बल्कि कलमा सुना के दुनिया में जाएगा तनवीर लसानी जेड़ा पढ़ ले खुदा दी कसम ओ बंदा बेईमान नहीं मरेगा ये मेरे हजूर क़िबला आलम दी मेहरबानी है उदा नाम भी उनसे बाहर लिख दिता तनवीर लसानी दे रूहानी पैगाम निकाफतुल अनाम इस किताब मुख्तसर का नाम रूहानी पैगाम निकाफतुल अनाम लिखा जाता है अल्लाह ताला फकीर की मामूली की सही को कबूल फरमा के अजर अजीम अता फरमाए मैं तो मौलाना साहब आंदे जनाब आ जी तुसीं पीर फैज़ल हसन साहब की तारीफ लिखी है ना इहदे विच सुभान अल्लाह दावत अलामा साहब वो बंदा दे सकता वो अहल होंदा जेड़ा कोई बंदा आखे ना ना लगे उन्होंने इंज कन्नों फड़ के खिंच के भी उत्थे लै दावत देन दा हक उन्होंने है जेड़ी दावत देवे उस दावत नूं मनवाउण दा इख्तियार भी उहदे कोल होना चाहिदा आपने दावत दी उहदे विच तनवीर लसानी ਉਹਦੇ ਵਿੱਚ सबक भी दिता उलमा ने पर साडे उलमा ने वो सबक नहीं समझिया आपने फरमाया खुद मा सफा व दामा कदर जिहदे विच एक राई दे दाने जिन्ना भी ईमान आ ओनू दोस्तों धक्का ना मारो ओनू करीब करो हो सकता उसकी बरकत दे नाल वाह 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 ओनू फायदा हो क्या बात है अद्धे अद्धे जिस्म वाले नूं आंदे चल तू काफरां तू मुरतादां तू फलाण आपने आंदे जनाब वो जी तुसीं तारीफ लिखी है ना टाइम मेरा ख्याल बहुता होंदा जांदा मैं कम नबेड़दा वो जी तारीफ लिखी तुसीं पीर फैज़ल हसन साहब दी जनाब साडे बारे ये मौलाना सरदार अहमद साहब ने साडे पीरां नूं हजूर क़िबला आलम नूं कहण लगे साडे बारे क्यों नहीं आ सुभान अल्लाह क्यों नहीं बारे कहण लगे जनाब फलां देवबंदी दरस फलां देवबंदी दाहियां दे नाल मिले फलाण करे जी ते बल्कि जी मेरे कोल जो आए सी मैं दलाइल मुखरात पढ़ रहा था तो मैं उन्होंने वेख दरवाजा बंद कर दिया ये मौलाना सरदार अहमद साहब ने साडे पीरां नूं किया जदों ना इन्नी गल कही ना ते पीर सुनाउण लगे मौलाना साहब तुहाडी ये गल सुन के मेरा दिल खुश नहीं होया क्यों आप फरमाउण लगे तुसीं दरवाजा बंद कर लिया हजूर अलैहिस्सलाम दे अखलाक नमीदा ਤੁਹਾਡੇ ज़हन दिमाग चो निकल चुके सी आप तो कुफार नूं भी चादरां बिछा देंदे ये मेरे आका दी आल सी पीर फैज़ल हसन आशिक रसूल दे ते तुसीं बड़े डंके वजाउंदे ते बड़े तुसीं लेबल लाए ने
کل پیر فیضل حسن تھوڑی شکایت کرے کہ نانا جان اس بندے نے میرے جان سے دروازہ بند کر لیا ہے، تو انوتھے کو وڑن دے گا؟ مولانا صاحب کمبے اس طرح کر کے کمبے اندے حضور دیکھو انہوں نے پھر اپنی دلیل نو تقویت دین واسطے فلاں دیوبندی درس کو اتنا چندہ دلایا، فلاں کو اتنا دلایا، فلاں کو غیروں کو تقویت دی، اپنوں کو کمزور کیا. پیرا نے وہ بھی کر مولانا صاحب کو چھوڑ دیا اپنا نے میاں جدوں اپنے گھر دے بوئے بند کر لین تے غیراں نے فائدہ اٹھاؤنا. ہاں جی ہاں جدوں اپنے گھر دے بوئے بند کر لین تے غیر ہی فائدہ اٹھاؤندے ہوندے. پھر اتھے ایک علمی علامہ صاحب سوال سی میرے حضور کی عالم دا جڑے ایک دن درس وچ نہیں سی گئے، ایک دن کسی سکول چ نہیں سی پڑھے. وہ شاہ لاسانی مدرسہ شاہ لاسانی دے وچ پڑھے سن اور لاسانی شاگرد سی، لاسانی استاد بھی سی. میرے حضور عالم کی شان ہے. آپ نے سوال کیتا وہ علمی سی. آپ آندے مولانا صاحب پہلو یہ دسو بھی میرے کو 500 روپیہ میرا بینک وچ وہ میرا ہے، مالک ہاں دا. جناب مالک اندر مولانا صاحب میری جیب وچ نہیں. آندے جی تسی جدوں مرضی جا کے لے سکدے جے مالک کڈو جی میرا 500 روپیہ دے دیں گے. آپ آندے اچھا. آپ آندے بھی میری جیب وچ نہیں تے میں مالک وہ ہے، میں جدوں دل کرے لے سکدا. آپ فرمانے کے مولانا صاحب حضور علیہ الصلوۃ والسلام نے فرمایا قیامت آ گئی. یہ آپ نے اپنی ظاہری حیات فرمایا تھا قیامت آ گئی، اجے تک نہیں آئی. حضور دے فرمان دا کی ترجمہ کرو گے؟ اللہ ایویں کہہ رہے ہیں. آپ نے تھے علمی سوال یہ سی. آپ نے فرمایا مولانا صاحب جتھے ما یعولو الیہ دی نسبت ہوگی نا اتھے چیز واقعہ جے نہیں ہوئی حقیقتاً انہیں واقعہ ہونا انہوں دے واقعہ ہونا تو پہلو کیا جا سکتا بھی ہو گئی جتھے ما یعولو الیہ دی نسبت ہو. مولانا صاحب نے کہا بالکل جناب کیا جا سکتا. آپ روندے پھر جس دن ایک کتاب تنویر لسانی منو لکھن دا حکم ہویا نا میرے حضور قبلہ عالم نے فرمایا تھی شاہ صاحب وہ نکاح فیضل حسن میرے کو آیا تھا انہوں فائدہ نہیں پہنچیا تھا انہوں دھیان رکھے ہوئے. وہ حقیقتاً انہوں دی امانت انہوں نے ملنی ہے. تو مولانا صاحب یہ دسو تسی ایس پی جے انہوں نے میں انہوں دی امانت دیا تو مقام ڈی سی تے آگے بہ جائیں تو انہوں رہن دیں گے ایس پی؟ یہ دسو بھی تو انہوں رہن دیں گے ایس پی؟ یقین کرو میرے والد صاحب دا فرمانا اندے بھی ایتھے حضور قبلہ عالم مولانا سردار احمد صاحب نے ہاتھ چک کے نا تے حضور قبلہ عالم دے گئے ہیں جناب تسی تاریخ صحیح لکھیے میں غلطی دے سبحان اللہ. انی گل کون خوا سکتا؟ آپ نے فرمایا ایسے دستار فضیلت دے میں آپ کی کرامت بھی انشاءاللہ نالے بیان کر رہا ہوں. آپ نے فرمایا ایسے دستار فضیلت دے صاحب نے دعوت دینی. مستانہ صاحب مولانا سردار احمد صاحب کسی دیوبندی کو خط لکھ سکتے جو میری محفل جا تے جے لکھ بھی دین تے کوئی دیوبندی انہوں دی محفل جا جائے گا؟ انہاں ہونا یہ تے بڑا سازشی انہیں تے مروا دینا. وہ تے مسیطے بڑھ جی مسیط ہوندا تے منو محفل تے کیوں سد لیا ہے؟ ایک طاقت سی میرے قبلہ عالم دی. آپ نے آخیا رکا لکھیو. مولانا سردار احمد صاحب نے اس سے سال رکا لکھیا. پیر فیضل حسن صاحب دیکھو رکا گیا نہ پڑھ کے انہیں چوم کے اپنی آنکھاں نہ لایا. انہوں نے رکا چومیا مولانا سردار احمد صاحب رحمت اللہ تعالی اپنی آنکھاں نہ لایا. اس تو بعد سن 84 تک پیر فیضل حسن صاحب اس ساری حیات دے وچ قید رہے نے. آپ نے ایک دن بھی کسی دیوبندی سٹیج تے تقریر کیتی ہوئے تے میں ذمہ دار کسی نو کھچ کے عالم نو دوسری لائن تے چڑھا دینا کوئی نکی جی طاقت نہیں ہوندی. تسی تے ایک گگڑے نو اپنی لائن تے نہیں لیا سکتے.
ਗਗੜੇ ਨੂੰ ਮਸਤਾਨਾ ਸਾਹਿਬ ਸਾਂਸੀ ਨੂੰ ਆ ਜਿਹੜੇ ਮਰੀਆਂ ਚਾਵਾਂ ਖਾਂਦੇ ਉਹ ਪਤਾ ਕੀ ਆਂਦੇ ਲੈ ਇਹ ਮੁਸਲੇ ਨੇ ਉਹ ਵੇਖੋ ਕਿੰਨੇ ਜ਼ਾਲਮ ਨੇ ਜਿਹੜੀ ਰੱਬ ਮਾਰਦਾ ਬਾਹਰ ਸੁੱਟ ਆਉਂਦੇ ਆਪ ਮਾਰ ਕੇ ਖਾਂਦੇ ਉਹ ਦਲੀਲ ਆ ਉਹਨਾਂ ਕਹਿੰਦੇ ਜਿਹੜੀ ਰੱਬ ਮਾਰਦਾ ਬਾਹਰ ਸੁੱਟ ਆਉਂਦੇ ਆਪ ਮਾਰ ਕੇ ਖਾਂਦੇ ਆਪ ਮਾਰ ਕੇ ਖਾਂਦੇ ਆ ਤੇ ਰੱਬ ਦੀ ਮਾਰੀ ਬਾਹਰ ਤੋਂ ਅਸੀਂ ਅੱਲਾਹ ਤੇ ਸ਼ਾਕਰ ਹਾਂ ਅਸੀਂ ਚੰਗੇ ਹੋਏ ਉਹ ਸਾਂਸੀ ਮੁਸਲਮਾਨ ਤੇ ਇੱਕ ਹਿੰਦੂ ਉਹਨਾਂ ਦੀ ਯਾਰੀ ਲੱਗ ਗਈ ਕਹਿੰਦੇ ਯਾਰ ਇੱਥੇ ਅਸੀਂ ਬੜੇ ਯਾਰ ਇੱਕ ਦੂਜੇ ਤੋਂ ਬਗੈਰ ਬਚਦੇ ਨਹੀਂ ਤੇ ਕੀ ਕਰਾਂਗੇ ਵੀ ਜਦੋਂ ਅੱਗੇ ਗਏ ਤੇ ਅਸੀਂ ਤੇ ਇੱਕ ਥਾਂ ਤੇ ਜਾਣਾ ਹੀ ਨਹੀਂ ਮੁਸਲਾ ਕਿਤੇ ਹੋਏਗਾ ਹਿੰਦੂ ਕਿਤੇ ਹੋਏਗਾ ਸਾਂਸੀ ਕਿਤੇ ਉਹਨਾਂ ਹਜ਼ਾਰਾਂ ਕੀਤਾ ਇੱਕ ਬਣਾ ਲਓ ਮੁਫਤ ਦੇ ਦਾਨੇ ਸਾਰੇ ਦਲੀਲਾਂ ਲੈ ਕੇ ਆਏ ਹਿੰਦੂਆਂ ਦਾ ਮੈਂ ਇਸ ਵਾਸਤੇ ਜਾਣਾ ਜੰਨਤ ਦੇ ਵਿੱਚ ਮੇਰਾ ਬਾਬਾ ਕਹਿੰਦਾ ਸੀ ਜੰਨਤ ਤੋਂ ਪਹਿਲੋਂ ਇਹਨਾਂ ਦਾ ਕੁਰਾਨ ਪਾਕ ਪੜ੍ਹ ਕੇ ਵੇਖੋ ਜੰਨਤ ਤਜਰੀ ਮਿਨ ਤਹਤੇ ਅਨਹਾਰ ਉੱਥੇ ਨਹਿਰਾਂ ਜਾਰੀਆਂ ਦੋ ਨਹਿਰਾਂ ਆਉਣੀਆਂ ਇੱਕ ਸੂਰ ਦੇ ਖੂਨ ਦੀ ਹੋਣੀ ਹੈ ਇੱਕ ਗਾਈ ਦੇ ਖੂਨ ਦੀ ਹੋਣੀ ਹੈ ਜਦੋਂ ਉਹਨਾਂ ਨੇ ਆਖਣਾ ਨਾ ਮੁਸਲਮਾਨਾਂ ਨੂੰ ਵੀ ਲੰਘ ਜਾਓ ਇਹਨਾਂ ਲੰਘਣ ਲੱਗਣਾ ਇਹਨਾਂ ਗਾਈ ਦਾ ਖੂਨ ਤੇ ਲੰਘ ਜਾਣਾ ਤੇ ਸੂਰ ਦੇ ਖੂਨ ਤੇ ਜਾ ਕੇ ਰੱਖ ਲਓ ਨਾ ਚੱਸ ਅਸੀਂ ਇਹਦੇ ਵਿੱਚ ਵੜਨਾ ਕਹਿੰਦਾ ਮੁੜ ਕੇ ਉਹਨਾਂ ਨੇ ਆਖਣਾ ਚਲੋ ਅਸੀਂ ਦਿਓ ਤੁਸੀਂ ਚੱਲ ਜਾਓ ਜੇ ਸੂਰ ਦੇ ਖੂਨ ਦੀ ਪਹਿਲੂ ਆ ਤੇ ਉਹਨੇ ਲੰਘ ਜਾਣੀ ਅੱਗੇ ਗਾਈ ਦੇ ਖੂਨ ਦੀ ਆਉਣੀ ਉਹਨਾਂ ਨਾਲ ਗਾਓ ਮਾਤਾ ਵਿੱਚ ਅਸੀਂ ਆਪਣੇ ਹੱਥ ਪੈਰ ਗਾਓ ਮਾਤਾ ਦੇ ਖੂਨ 'ਚ ਨਹੀਂ ਰੰਗਣੇ ਫਿਰ ਆਂਦਾ ਉਹਨਾਂ ਆਖਣਾ ਸਾਂਸੀਓ ਤੁਸੀਂ ਆ ਜਾਓ ਆਂਦੇ ਹਮ ਨਾ ਗਾਏ ਦੇਖੇ ਨਾ ਸੂਰ ਦੋਨੋਂ ਅਬੂਰ ਕਰਕੇ ਜੰਨਤ ਵਿੱਚ ਅਸੀਂ ਜਾਣਾ ਇਹ ਸਾਰੇ ਰਹਿ ਜਾਣੇ ਉਰੇ ਯਾਨੀ ਮੇਰਾ ਗੱਲ ਕਰਨ ਦਾ ਮਕਸਦ ਆ ਭਾਵੇਂ ਕੋ ਕਿਤੇ ਵੀ ਹੈ ਨਾ ਉਹ ਦਲੀਲ ਜ਼ਰੂਰ ਉਹ ਦਲੀਲ ਕਿਸੇ ਦੇ ਰਿਹਾ ਤੇ ਮੇਰੀ ਇਹ ਦੁਆ ਹੈ ਅੱਲਾਹ ਤਾਲਾ ਮੇਰੀ ਹਾਜ਼ਰੀ ਨੂੰ ਆਪਣੀ ਬਾਰਗਾਹ ਵਿੱਚ ਫਰਮਾਏ ਤੁਸੀਂ ਆਖੋਗੇ ਤੇ ਸਹੀ ਟਾਈਮ ਥੋੜਾ ਜਿਹਾ ਕਹਿ ਕੇ ਟਾਈਮ ਵਾਵਾ ਲਾ ਲਿਆ ਤੇ ਅੱਲਾਹ ਤਬਾਰਕ व ਤਆਲਾ ਵੀ ਮੇਰੇ ਤਾਇਆ ਜਾਨ ਰਹਿਮਤ ਤਾਲਾ ਉਹਨਾਂ ਦੀ ਬਰਕਤ ਨਾਲ ਮੇਰੇ ਭਾਈ ਅਨਵਾਰੁਲ ਹਸਨ ਹੋਰਾਂ ਨੂੰ ਅੱਲਾਹ ਤਾਲਾ ਸਿਹਤ ਦੇ ਉਹਨਾਂ ਦੇ ਸਾਰਿਆਂ ਬੱਚਿਆਂ ਦੇ ਉੱਤੇ ਆਪਣੀ ਰਹਿਮਤ ਫਰਮਾਏ ਤੇ ਉਹਨਾਂ ਦੀ ਬਰਕਤ ਨਾਲ ਮੈਨੂੰ ਵੀ ਸਿਹਤ ਦੇ ਮੈਂ ਬਿਮਾਰ ਰਹੀ ਹਾਂ ਤੇ ਹੁਣ ਮੈਨੂੰ ਇਜਾਜ਼ਤ ਵੀ ਜੀ